ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਅਤੇ 30 ਮਿਲੀਅਨ ਦੇ ਲਗਭਗ ਸਿੱਖ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਵਸਦੇ ਹਨ। ਇਹ ਵੀ ਇੱਕ ਹਕੀਕਤ ਹੈ ਕਿ ਦੁਨੀਆ ਦੇ ਅੱਡ-ਅੱਡ ਧਰਮਾਂ ਨੂੰ ਮੰਨਣ ਵਾਲਿਆਂ ਦਾ ਆਪਣਾ ਕੈਲੰਡਰ ਹੈ। ਸਿੱਖ ਕੌਮ ਨੇ ਲੰਬੀ ਡਿਬੇਟ ਤੋਂ ਬਾਅਦ 2003 ਵਿੱਚ ਆਪਣਾ ਵੱਖਰਾ ਨਾਨਕਸ਼ਾਹੀ ਕੈਲੰਡਰ ਅਪਣਾਇਆ, ਜਿਸ ਨੂੰ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਮਿਲੀ ਅਤੇ ਸਿੱਖ ਸੰਗਤਾਂ ਨੇ ਇਸ ਨੂੰ ਬੜੇ ਉਤਸ਼ਾਹ ਦੇ ਨਾਲ ਲਾਗੂ ਕੀਤਾ। ਪਰ ਹਿੰਦੂਤਵੀ ਜਮਾਤ RSS ਨੇ ਆਪਣੇ ਸਟੂਜ ਅਖੌਤੀ ਸੰਤ ਸਮਾਜ ਰਾਹੀਂ ਇਸ ਕੈਲੰਡਰ ਦਾ ਪੂਰਾ ਵਿਰੋਧ ਜਾਰੀ ਰੱਖਿਆ। ਲਗਭਗ 6 ਸਾਲ ਬਾਅਦ ਸੋਧਾਂ ਦੇ ਨਾਂ ਥੱਲੇ ਇਸ ਕੈਲੰਡਰ ਦਾ ਅੱਧਾ ਹਿੰਦੂਕਰਨ ਕਰ ਦਿੱਤਾ ਗਿਆ। ਜਿਹੜਾ ਮਿਲਗੋਬਾ ਕੈਲੰਡਰ ਲਾਗੂ ਕੀਤਾ ਗਿਆ ਉਸ ਦੇ ਵਿੱਚ ਕਮੀਆਂ ਤਾਂ ਹੋਣੀਆਂ ਹੀ ਸਨ। ਫਿਰ ਇਹਨਾਂ ਸਟੂਡੈਂਟਸ ਵੱਲੋਂ ਹੀ ਇਹ ਮੰਗ ਕਰਵਾਈ ਗਈ ਕਿ ਕਿਉਂਕਿ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕਮੀਆਂ ਹਨ, ਇਸ ਲਈ ਹਿੰਦੂ ਵਿਕਰਮੀ ਕੈਲੰਡਰ ਵਾਪਿਸ ਲਾਗੂ ਕੀਤਾ ਜਾਵੇ। ਇਸ ਸੰਬੰਧੀ ਇੱਕ ਪੂਰੀ ਮੁਹਿੰਮ ਵਿੱਢੀ ਗਈ ਅਤੇ 22 ਦਸੰਬਰ ਨੂੰ ਖੋਤੀ ਸੰਤ ਸਮਾਜ ਦਾ ਇੱਕ ਡੈਲੀਗੇਸ਼ਨ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਮਿਲਿਆ। ਇਹ ਅਫਸੋਸ ਦੀ ਗੱਲ ਹੈ ਕਿ ਇੱਕ ਪਾਸੇ ਜਥੇਦਾਰ ਅਕਾਲ ਤਖਤ ਸਾਹਿਬ ਕੌਮ ਨੂੰ ਆਦੇਸ਼ ਦਿੰਦੇ ਹਨ ਕਿ ਆਰਟੀਕਲ 25 ਜਿਹੜਾ ਕਿ ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ ਦੇ ਖਿਲਾਫ ਓਬਾਮਾ ਨੂੰ ਐਡਰੈਸ ਕੀਤੀ ਪਟੀਸ਼ਨ ਤੇ ਸਿੱਖ ਕੌਮ ਸਾਈਨ ਕਰੇ, ਪਰ ਦੂਸਰੇ ਪਾਸੇ ਉਹ ਇਹਨਾਂ RSS ਦੇ ਸਟੂਡੈਂਟਸ ਨਕਲੀ ਸਾਧਾਂ ਨੂੰ ਪੂਰੀ ਹਵਾ ਦੇ ਰਹੇ ਹਨ। ਵਿਊਅਰਸ, ਅੱਜ ਅਸੀਂ ਇਸ ਵਿਸ਼ੇ ਸੰਬੰਧੀ ਨਾਨਕਸ਼ਾਹੀ ਕੈਲੰਡਰ 2003 ਦੇ ਨਿਰਮਾਤਾ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੇ ਕਿ ਐਡਮਿੰਟਨ ਕੈਨੇਡਾ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਮੈਨੂੰ ਟਾਈਮ ਦੇਣ ਲਈ ਆਪਣੇ TV 84 ਤੇ ਜੀ ਆਪਣੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕਰਨ ਲਈ। ਥੈਂਕ ਯੂ ਸੋ ਮਚ ਪੁਰੇਵਾਲ ਜੀ। ਅੱਜ ਤੁਹਾਨੂੰ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਨਾਨਕਸ਼ਾਹੀ ਕੈਲੰਡਰ ਦੇ ਉੱਪਰ। ਜਿਸ ਤੋਂ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਵਾਰ-ਵਾਰ ਨਾਨਕਸ਼ਾਹੀ ਕੈਲੰਡਰ ਉੱਤੇ ਕੰਟਰੋਵਰਸੀ ਕਿਉਂ ਕੀਤੀ ਜਾ ਰਹੀ ਹੈ ਅਤੇ ਇਸ ਦੇ ਪਿੱਛੇ ਕੌਣ ਤਾਕਤਾਂ ਹਨ? ਤੁਸੀਂ ਆਪਣੀ ਇੰਟਰੋਡਕਸ਼ਨ ਵਿੱਚ ਹੀ ਦੱਸ ਦਿੱਤਾ ਹੈ। ਜਦੋਂ ਨਾਨਕਸ਼ਾਹੀ ਕੈਲੰਡਰ ਲੱਗਾ ਪਹਿਲੀ ਵਾਰ, ਉਸੇ ਵੇਲੇ ਜਿਹੜੇ RSS ਵਾਲੇ ਤੇ BJP ਵਾਲੇ ਇਹ ਵਿਰੋਧ ਕਰ ਰਹੇ ਸਨ ਤੇ ਬਾਅਦ ਦੇ ਵਿੱਚ 2003 ਵਿੱਚ ਜਿਸ ਵੇਲੇ ਲਾਗੂ ਹੋਇਆ, ਵਿਦਾਂਤੀ ਸਾਹਿਬ ਨੂੰ ਉਹਨਾਂ ਦਾ ਇੱਕ ਵਾਹਦ ਵੀ ਮਿਲਿਆ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਜਿਹੜੀਆਂ ਤੁਸੀਂ ਸਗਰਾਂਦਾਂ ਪੱਕੀਆਂ ਕਰ ਦਿੱਤੀਆਂ ਆ, ਅਸੀਂ ਨਹੀਂ ਚਾਹੁੰਦੇ ਉਹ ਬਿਕਰਮੀ ਵਾਲੀਆਂ ਹੀ ਹੋਣ। ਤੇ ਸੈਂਕੜੋਂ 2010 ਦੇ ਵਿੱਚ ਸੰਤ ਸਮਾਜ ਅਤੇ ਦਮਦਮੀ ਟਕਸਾਲ ਵਾਲਿਆਂ ਨੇ, ਬਾਬਾ ਧੂਮਾ ਜੀ ਨੇ, ਉਹਨਾਂ ਨੇ ਰਲ ਕੇ ਉਹੋ ਹੀ ਗੱਲ ਕਰ ਦਿੱਤੀ ਜਿਹਦੀ ਉਹ ਮੰਗ ਕਰ ਰਹੇ ਸੀਗੇ ਵਿਦਾਂਤੀ ਸਾਹਿਬ ਤੋਂ, BJP ਵਾਲੇ ਤੇ RSS ਵਾਲੇ। ਹਾਂਜੀ। ਸੋ ਇਹ ਇੱਕ ਬੜੀ ਮੰਦਭਾਗੀ ਗੱਲ ਹੈ ਕਿ ਸਾਡੀ ਕੌਮ ਦੀ ਵਿਲੱਖਣਤਾ ਦਾ ਪ੍ਰਤੀਕ ਕੈਲੰਡਰ ਇਹ ਬੜੀ ਇੰਪੋਰਟੈਂਟ ਹਿੱਸਾ ਹੁੰਦਾ ਹੈ ਕਿਸੇ ਵੀ ਕੌਮ ਦੀ ਆਈਡੈਂਟਿਟੀ ਦਾ, ਉਸ ਦਾ ਆਪਣਾ ਕੈਲੰਡਰ ਹੋਣਾ। ਤੇ ਉਸ ਨੂੰ ਛੱਡ ਕੇ ਜੇ ਬਿਕਰਮੀ ਵੱਲ ਚਲੇ ਗਏ ਤਾਂ ਇਦੋਂ ਜ਼ਿਆਦਾ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਹਾਂਜੀ। ਸੋ ਇਸ ਦੇ ਪਿੱਛੇ ਜਿਹੜੀ ਤਾਕਤਾਂ ਆ ਉਹ ਤਾਂ ਹੁਣ ਸਪਸ਼ਟ ਹੀ ਹੋ ਚੁੱਕਾ ਆ, ਜਾਂ ਉਸ ਦੇ ਨਾਲ ਸੰਤ ਸਮਾਜ ਦੀ ਪਾਵਰ ਜਿਹੜੀ ਆ ਉਹ ਵੋਟ ਬੈਂਕ ਜਿਸ ਨੂੰ ਆਪਾਂ ਕਹਿੰਦੇ ਆ, ਵੋਟ ਬੈਂਕ ਦੇ ਆਧਾਰ ਤੇ ਪੋਲੀਟੀਕਲ ਡਿਸੀਜ਼ਨ ਜੇ ਲਏ ਜਾਣ ਤਾਂ ਉਹ ਕਿੰਨੇ ਚੰਗੇ ਹੋ ਸਕਦੇ? ਬਿਲਕੁਲ ਚੰਗੇ ਨਹੀਂ ਹੋ ਸਕਦੇ, ਕਿਉਂਕਿ ਸਾਡੇ ਡਿਸੀਜ਼ਨ ਜਿਹੜੇ ਆ ਉਹ ਕੌਮ ਦੇ ਭਵਿੱਖ ਨੂੰ ਮੁੱਖ ਰੱਖ ਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੁੱਖ ਰੱਖ ਕੇ, ਗੌਰਮੈਂਟ ਨੂੰ ਮੁੱਖ ਰੱਖ ਕੇ, ਸਾਡੇ ਇਤਿਹਾਸ ਨੂੰ ਮੁੱਖ ਰੱਖ ਕੇ, ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਡਿਸੀਜ਼ਨ ਲੈਣੇ ਚਾਹੀਦੇ ਆ। ਹਾਂਜੀ ਜੀ। ਕਿਉਂ ਅਕਾਲ ਤਖਤ ਸਾਹਿਬ ਜਿਹੜਾ ਆ ਉਹ ਸਾਡੀ ਸਾਰੀ ਸਿੱਖ ਕੌਮ ਦੀ ਇੱਕ ਕੇਂਦਰਕ ਸ਼ਕਤੀ ਦਾ ਜਿਹੜਾ ਆ ਉਹ ਸਮੂਹ ਹੈ। ਉਹ ਅਕਾਲ ਤਖਤ ਉਸਦੇ ਵਿੱਚ ਕਿਸੇ ਉਹ ਇੱਕ ਗੁੱਟ ਦਾ ਨਹੀਂ ਹੈ ਅਕਾਲ ਤਖਤ ਸਾਹਿਬ। ਨਾ ਉਹ ਅਕਾਲੀ ਪਾਰਟੀ ਦਾ ਆ, ਨਾ ਉਹ ਸੰਤ ਸਮਾਜ ਦਾ ਆ, ਨਾ ਉਹ ਬਾਬੇ ਧੂਮੇ ਦਾ ਆ, ਸਾਰੀ ਸਿੱਖ ਕੌਮ ਦਾ ਆ। ਇਸ ਵਾਸਤੇ ਅਕਾਲ ਤਖਤ ਸਾਹਿਬ ਤੋਂ ਜੋ ਵੀ ਡਿਸੀਜ਼ਨ ਲਿਆ ਜਾਵੇ ਉਹ ਸਮੁੱਚੀ ਕੌਮ ਲਈ ਵਧੀਆ ਡਿਸੀਜ਼ਨ ਹੋਣਾ ਚਾਹੀਦਾ ਆ। ਜਿਹੜਾ ਸਿੱਖ ਪੰਥ ਆ ਉਹ ਇਕੱਲਾ 2-3 ਧਿਰਾਂ ਦਾ ਤਾਂ ਨਹੀਂ, ਉਸ ਦੇ ਵਿੱਚ
ਆਪਣੇ ਸਾਰੇ ਬਾਹਰਲੇ ਮੁਲਕਾਂ ਵਾਲੇ ਵੀ ਸਿੱਖ ਸ਼ਾਮਲ ਨੇ। ਹਾਂਜੀ। ਪੰਜਾਬ ਤੋਂ ਬਾਹਰਲੇ ਸੂਬਿਆਂ ਵਾਲੇ ਸਿੱਖ ਵੀ ਸ਼ਾਮਲ ਨੇ। ਹਾਂਜੀ। ਤੇ ਸਾਰਿਆਂ ਨੂੰ ਨਾਲ ਲੈ ਕੇ ਜਾਂ ਸਾਰਿਆਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਹਾਂਜੀ ਫੇਰ ਹੀ ਕੋਈ ਡਿਸੀਜਨ ਲੈਣਾ ਚਾਹੀਦਾ ਹੈ ਜਿਹੜਾ ਪੰਥ ਦੇ ਸਮੁੱਚੇ ਭਵਿੱਖ ਲਈ ਚੰਗਾ ਹੋਵੇ। ਜੀ ਬਿਲਕੁਲ। ਤਾਂ ਪੁਰੇਵਾਲ ਸਾਹਿਬ, ਅਸੀਂ ਅਕਾਲ ਤਖਤ ਸਾਹਿਬ ਬਾਰੇ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਜਿਨ੍ਹਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ 2003 ਤੇ ਡਟ ਕੇ ਪਹਿਰਾ ਦਿੱਤਾ ਸੀ, ਉਹਨਾਂ ਦੀ ਹੁਣ ਸੁਰੱਖਿਆ ਵਾਪਸ ਲੈ ਦਿੱਤੀ ਹੈ ਕਿ ਇਹ ਵੀ ਕਹਿ ਰਿਹਾ ਕਿ ਉਹਨਾਂ ਸ਼ਾਇਦ ਅਸਤੀਫਾ ਵੀ ਉਹ ਦੇਣ ਦੀ ਚਰਚਾ ਹੋ ਰਹੀ ਹੈ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਥੇਦਾਰ ਨੰਦਗੜ੍ਹ ਸਾਹਿਬ ਨੂੰ ਮੈਂ ਦੋ ਤਿੰਨ ਵਾਰ ਮਿਲਿਆ ਤੇ ਮੈਨੂੰ ਬੜੀ ਉਹਨਾਂ ਨੂੰ ਮਿਲ ਕੇ ਖੁਸ਼ੀ ਹੋਈ ਜੀ। ਬੜਾ ਉਹਨਾਂ ਦਾ ਮੇਰੇ ਮਨ ਤੇ ਬਹੁਤ ਚੰਗਾ ਪ੍ਰਭਾਵ ਪਿਆ। ਹਾਂਜੀ। ਤੇ ਉਹਨਾਂ ਨੇ ਸਾਰੀ ਗੱਲ ਜਿਹੜੀ ਹੈ ਸਮਝੀ ਬੜੀ ਵਿਸਥਾਰ ਨਾਲ, ਮੈਨੂੰ ਬਹੁਤ ਖੁੱਲਾ ਟਾਈਮ ਦੇ ਕੇ, ਤੇ ਨਾਲ ਉਹਨਾਂ ਨੇ ਆਪ ਵੀ 1998 ਵਿੱਚ ਜਿਹੜਾ ਪਹਿਲੀ ਵਾਰ ਨਾਨਕਸ਼ਾਹੀ ਕੈਲੰਡਰ ਤਿਆਰ ਹੋਇਆ ਸੀ ਜੀ, ਉਸ ਦੇ ਵਿੱਚ ਜਿਹੜੀ ਇੰਟਰੋਡਕਸ਼ਨ ਭੂਮਿਕਾ ਦਿੱਤੀ ਸੀ, ਉਹ ਭੂਮਿਕਾ ਉਹਨਾਂ ਨੇ ਸਾਰੀ ਪੜ੍ਹੀ ਸੀਗੀ। ਤੇ 2003 ਵਾਲਾ ਜਿਹੜਾ ਕੈਲੰਡਰ ਸੀ ਉਸ ਦੇ ਵਿੱਚ ਡਾਕਟਰ ਬਲਵੰਤ ਸਿੰਘ ਢਿੱਲੋਂ ਤੇ ਦਾਸ ਵੱਲੋਂ ਭੂਮਿਕਾ ਲਿਖੀ ਗਈ ਸੀ, ਸਾਰੀਆਂ ਗੱਲਾਂ ਸਪਸ਼ਟ ਕੀਤੀਆਂ ਗਈਆਂ ਸੀ। ਹਾਂਜੀ। ਉਹ ਵੀ ਉਹਨਾਂ ਨੇ ਸਾਰੀਆਂ ਪੜ੍ਹੀਆਂ ਸੀ। ਤੇ ਉਹਨਾਂ ਦਾ ਆਪਣਾ ਹੀ ਕਹਿਣਾ ਸੀਗਾ ਵੀ ਦੇਖੋ ਤੁਸੀਂ ਤਾਂ ਸਾਰਾ ਵਿਸਥਾਰ ਦੇ ਨਾਲ ਦੱਸਿਆ ਵੀ ਅਸੀਂ ਇਹ ਕੈਲੰਡਰ ਕਿਉਂ ਤਿਆਰ ਕੀਤਾ, ਕੀ ਸਮੱਸਿਆ ਸੀ ਬਿਕਰਮੀ ਕੈਲੰਡਰ ਦੀ। ਤੇ ਇਹਨਾਂ ਨੇ ਜਦੋਂ 2010 ਦੇ ਵਿੱਚ ਤਬਦੀਲੀਆਂ ਲਿਆਈਆਂ, ਇਹਨਾਂ ਨੇ ਕੁਛ ਨਹੀਂ ਲਿਖਿਆ ਆਪਣੇ ਨਵੇਂ ਕੈਲੰਡਰ ਦੇ ਵਿੱਚ ਵੀ ਕਾਹਦੇ ਲਿਆਂਦੀਆਂ, ਕੀ ਗੱਲ ਆ। ਹਾਂਜੀ। ਇਹ ਉਹਨਾਂ ਦਾ ਜਥੇਦਾਰ ਸਾਹਿਬ ਦੀ ਗੱਲ ਸੀ ਆਪਣੀ, ਇਹਦਾ ਮਤਲਬ ਵੀ ਉਹ ਕੈਲੰਡਰ ਨੂੰ ਸਮਝਦੇ ਸੀਗੇ। ਤੇ ਜਦੋਂ ਉਹਨਾਂ ਨੂੰ ਇਹ ਹੋ ਗਿਆ ਕਿ ਇਹ ਨਾਨਕਸ਼ਾਹੀ ਕੈਲੰਡਰ ਠੀਕ ਆ, ਇਹਦੀਆਂ ਤਰੀਕਾਂ ਠੀਕ ਆ, ਫਿਰ ਉਹ ਦ੍ਰਿੜਤਾ ਨਾਲ ਉਹਨਾਂ ਨੇ ਸਟੈਂਡ ਲੈ ਲਿਆ ਤੇ ਆਪਣੇ ਸਟੈਂਡ ਤੇ ਪਹਿਲੇ ਦਿਨ ਤੋਂ ਕਾਇਮ ਆ, ਮੀਟਿੰਗਾਂ ਦੇ ਵਿੱਚ ਕਾਇਮ ਆ, ਬਾਹਰ ਮੀਟਿੰਗਾਂ ਤੋਂ ਕਾਇਮ ਆ। ਤੇ ਉਹਨਾਂ ਦਾ ਬਿਆਨ ਆਇਆ ਪੇਪਰਾਂ ਦੇ ਵਿੱਚ ਕਿ ਉਹ ਇਸ ਕੈਲੰਡਰ ਦੀ ਹਮਾਇਤ ਕਰਦੇ ਰਹਿਣਗੇ ਭਾਵੇਂ ਕੋਈ ਵੀ ਮੀਟਿੰਗ ਹੋਵੇ ਜੀ ਜੀ ਆਪਣੇ ਅਸਲੀ ਨਾਨਕਸ਼ਾਹੀ ਕੈਲੰਡਰ ਦੀ। ਹਾਂਜੀ। ਤਾਂ ਪ੍ਰਭਾ ਸਾਹਿਬ, ਇਸੇ ਅਗਲਾ ਕੁਐਸਚਨ ਸਾਡਾ ਐਕਚੁਅਲੀ ਇਹੀ ਸੀ ਕਿ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਕਿਹਾ ਜਾ ਰਿਹਾ ਬਾਰ-ਬਾਰ ਕਿ ਉਹ ਇਸ ਸੰਬੰਧੀ ਜਥੇਦਾਰਾਂ ਦੀ ਅਗਲੀ ਮੀਟਿੰਗ ਦੇ ਵਿੱਚ ਵਿਚਾਰ ਕਰਨਗੇ, ਤੁਹਾਨੂੰ ਕੀ ਲੱਗਦਾ ਕਿ ਇਸ ਦੇ ਵਿੱਚ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਉਹ ਕਿਸ ਚੀਜ਼ ਤੇ ਸਟੈਂਡ ਲੈਣਗੇ? ਕਿ ਉਹ ਜਥੇਦਾਰ ਲਾਈਕ ਹਿੰਦੂਤਵੀ ਕੈਲੰਡਰ ਦੇ ਉੱਪਰ ਸਟੈਂਡ ਲੈਣਗੇ ਜਾਂ ਫਿਰ ਸਾਡਾ ਮੂਲ ਨਾਨਕਸ਼ਾਹੀ ਕੈਲੰਡਰ ਦੇ ਉੱਪਰ ਆਪਣਾ ਸਟੈਂਡ ਲੈਣਗੇ? ਤੁਹਾਨੂੰ ਕੀ ਲੱਗਦਾ ਹੈ? ਦੇਖੋ ਜੀ, ਪਿੱਛੇ ਜੇ ਸਾਰੀ ਪਿਛਲੇ 8-10 ਸਾਲਾਂ ਦਾ ਇਤਿਹਾਸ ਦੇਖ ਲਈਏ ਜੀ, ਪਹਿਲਾਂ ਤਾਂ ਉਹਨਾਂ ਨੇ ਫਟਾਫਟ 2010 ਦੇ ਵਿੱਚ ਝਟਪਟ ਤਬਦੀਲੀਆਂ ਜਿਹੜੀਆਂ ਐਕਸੈਪਟ ਕਰ ਲਈਆਂ। ਹਾਂਜੀ। ਜਿਹੜੀਆਂ ਕਿ ਮੱਕੜ ਸਾਹਿਬ ਨੇ ਤੇ ਆਪਣੇ ਬਾਬਾ ਤੂਮਾ ਉਹਨਾਂ ਨੇ ਸੁਜੈਸਟ ਕੀਤੀਆਂ ਸੀ ਜੀ। ਦੇਖਣ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਅੰਤਰਿਮ ਕਮੇਟੀ ਬਣਾਈ ਪਈ ਜਾਂ ਇਹ 2 ਮੈਂਬਰਾਂ ਦੀ, ਜਾਂ ਉਹਨਾਂ ਨੇ SGPC ਨੂੰ ਕਿਹਾ ਕਿ ਤੁਸੀਂ ਸਾਨੂੰ ਫੈਸਲਾ ਦਿਓ ਸੰਗਰਾਂਦਾਂ ਤੇ। ਹਾਂਜੀ। ਉਹਨਾਂ ਨੇ ਸਿਰਫ ਸੰਗਰਾਂਦਾਂ ਤੇ ਫੈਸਲਾ ਮੰਗਿਆ ਸੀ, ਨਾ ਕਿ ਬਾਕੀ ਹੋਰ ਗੁਰਪੁਰਬਾਂ ਤੇ ਵੀ। ਤੇ ਉਹਨਾਂ ਨੇ ਜਿਹੜੀ ਉਹਨਾਂ 2 ਮੈਂਬਰੀ ਕਮੇਟੀ ਸੀ ਉਹਨਾਂ ਨਾਲ ਹੋਰ ਗੁਰਪੁਰਬਾਂ ਦੇ ਵੀ ਆਪਣੀ ਵਿੱਚ ਦੇ ਦਿੱਤੀ। ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਕੋਈ ਕਮੇਟੀ ਕਿਸੇ ਪਰਪਸ ਲਈ ਬਣਾਈ ਜਾਂਦੀ, ਉਹਨਾਂ ਦਾ ਅਧਿਕਾਰ ਹੀ ਨਹੀਂ ਹੁੰਦਾ ਹੋਰ ਕੋਈ ਗੱਲ ਨੂੰ ਡਿਸਕਸ ਕਰਨ ਲਈ। ਹਾਂਜੀ। ਜਿਹੜੀ ਚੀਜ਼ ਉਹਨਾਂ ਨੂੰ ਪੇਸ਼ ਕੀਤੀ ਜਾਂਦੀ ਵੀ ਤੁਸੀਂ ਇਹ ਤੇ ਨਿਰਣਾ ਦੇਣਾ ਹੈ। ਹਾਂਜੀ। ਤੇ ਨੰਬਰ 2, ਜਦੋਂ ਕੋਈ ਰਿਪੋਰਟ ਆਵੇ ਤਾਂ ਉਸ ਰਿਪੋਰਟ ਨੂੰ ਡਿਸਕਸ ਕੀਤਾ ਜਾਂਦਾ ਹੈ, ਭਾਵੇਂ ਕਿਸੇ ਕਮੇਟੀ ਦੀ ਵੀ ਹੋਵੇ ਜੀ। ਕੋਈ ਰਿਪੋਰਟ ਤੇ ਡਿਸਕਸ਼ਨ ਨਹੀਂ ਹੋਈ ਪੰਜ ਸਿੰਘ ਸਾਹਿਬਾਨ ਦੀ, ਉਹ ਰਿਪੋਰਟ ਲੈ ਕੇ ਅਨਾਉਂਸ ਕਰ ਦਿੱਤਾ ਸਿੱਖ ਜਗਤ ਦੇ ਵਿੱਚ ਆਪਣਾ ਕਿ ਆਹ ਕੈਲੰਡਰ ਦੇ ਵਿੱਚ ਤਬਦੀਲੀਆਂ ਆ ਗਈਆਂ ਆ। ਤੇ ਉਹ ਸੋਧਾਂ ਤਾਂ ਕੋਈ ਹੈ ਨਹੀਂ, ਸੋਧਾਂ ਤਾਂ ਹੁੰਦੀਆਂ ਜੇ ਕੈਲੰਡਰ ਵਿੱਚ ਕੋਈ ਗਲਤੀ ਹੋਵੇ। ਉਹਨਾਂ ਨੇ ਤਰੀਕਾਂ ਦਾ ਮੁੜ ਕੇ ਬਿਕਰਮੀ ਦੀਆਂ ਲਾਤੀਆਂ ਤੇ ਮਿਲਗੋਭਾ ਕੈਲੰਡਰ ਤਿਆਰ ਕਰ ਦਿੱਤਾ। ਉਹ ਕੋਈ ਸੋਧ ਥੋੜ੍ਹਾ ਸੀ, ਉਹਦਾ ਰੈਟਰੋਗ੍ਰੇਡ ਸਟੈਪ, ਪੁੱਠਾ ਸਟੈਪ ਲੈ ਲਿਆ ਪਿਛਾਂਹ ਨੂੰ ਜੀ। ਹਾਂਜੀ। ਸੋ ਇਸ ਤਰ੍ਹਾਂ ਇਹ ਗੱਲਾਂ ਬਾਤਾਂ ਹੋਈਆਂ, ਬੜੀ ਛੇਤੀ ਨਾਲ ਫੈਸਲਾ ਹੋਇਆ। ਹੁਣ ਜੇ ਆਪਾਂ ਪਿਛਲੇ 2010 ਤੋਂ ਅਗਾਂਹ ਤਾਈਂ ਦੇਖੀਏ ਵੀ ਹੌਲੀ ਹੌਲੀ ਗ੍ਰੈਜੂਅਲੀ ਸਿੰਘ ਸਾਹਿਬ ਤੇ ਕਾਫੀ ਪ੍ਰੈਸ਼ਰ ਵੱਧਦਾ ਰਿਹਾ ਹੈ। ਹਾਂਜੀ। ਤੇ ਮੈਂ ਵੀ ਉਹਨਾਂ ਨਾਲ ਮੀਟਿੰਗ ਕੀਤੀ ਸੀਗੀ 19 ਮਾਰਚ ਨੂੰ ਇਸ ਸਾਲ ਹੀ।
ਹਾਂਜੀ ਉਹਦੇ ਵਿੱਚ ਉਹਨਾਂ ਨੂੰ ਸਾਰੀਆਂ ਸਮੱਸਿਆਵਾਂ ਕੈਲੰਡਰ ਦਾ ਬਿਕਰਮੀ ਕੈਲੰਡਰ ਦੀਆਂ ਸਮੱਸਿਆਵਾਂ ਦੱਸੀਆਂ ਸੀਗੀਆਂ ਤੇ ਨਾਨਕਸ਼ਾਹੀ ਕੈਲੰਡਰ 'ਚ ਅਸੀਂ ਕਿਵੇਂ ਉਹਨਾਂ ਸਾਰੀਆਂ ਨੂੰ ਦੂਰ ਕੀਤਾ ਆ ਜੀ ਤੇ ਉਹ ਉਹਨਾਂ ਤੇ ਇਸ ਵੇਲੇ ਜਾਣੀ ਡਿਸੀਜ਼ਨ ਜਿਹੜਾ ਲੈਣਾ ਆ ਉਹ ਐਡੀ ਛੇਤੀ ਨਹੀਂ ਕਰ ਸਕਣਗੇ ਵੀ ਚਲੋ ਤੜਕੇ ਭਰ ਕੇ ਬਿਕਰਮੀ ਕੈਲੰਡਰ ਲਾ ਦਈਏ। ਨਾਲ ਇਹ ਵੀ ਆ ਵੀ ਉੱਥੇ ਜਿਵੇਂ ਅਸੀਂ ਐਂਟੀਸਪੇਟ ਕਰਦੇ ਹਾਂ ਕਿ ਜਥੇਦਾਰ ਆਨੰਦਗੜ੍ਹ ਸਾਹਿਬ ਵੀ ਉਹ ਮੀਟਿੰਗ ਵਿੱਚ ਹੋਣਗੇ ਤੇ ਉਹਨਾਂ ਦਾ ਜਿਹੜਾ ਸਟੈਂਡ ਆ ਫਿਰ ਯੂਨੈਨਿਮਸ ਫੈਸਲਾ ਨਹੀਂ ਹੋ ਸਕੇਗਾ। ਜੀ ਬਿਲਕੁਲ। ਪਰ ਬਾਕੀ ਵੀ ਸੰਸਥਾਵਾਂ ਜਿਹੜੀਆਂ ਆਪਣੀਆਂ ਸਿੱਖ ਸੰਸਥਾਵਾਂ ਹੈਗੀਆਂ ਉਹਨਾਂ ਦੀ ਵੀ ਰੈਪ੍ਰੈਜ਼ੈਂਟੇਸ਼ਨ ਹੋਈ ਆ। ਉਹ ਵੀ ਕੱਲ ਉੱਥੇ ਗਏ ਨੇ, ਜਥੇਦਾਰ ਸਾਹਿਬ ਨੂੰ ਮਿਲੇ ਨੇ ਤੇ ਸੋ ਮੁਸ਼ਕਿਲ ਹੀ ਹੈ ਕਹਿਣਾ, ਪਰ ਮੈਂ ਆਸ ਕਰਦਾ ਹਾਂ ਵੀ ਸ਼ਾਇਦ ਉਹ ਡਿਸੀਜ਼ਨ ਬਿਕਰਮੀ ਕੈਲੰਡਰ ਦਾ ਨਾਂ ਲੈਣ ਤੇ ਜਿਵੇਂ ਪਹਿਲਾਂ ਅਨਾਊਂਸ ਕੀਤਾ ਸੀ ਉਹਨਾਂ ਨੇ ਕਿ ਕੋਈ ਵੀ ਕਮੇਟੀ ਬਣਾਈ ਜਾਵੇ, ਭਾਵੇਂ ਉਹ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਵੇ, ਭਾਵੇਂ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ, ਉਹਦੇ ਵਿੱਚ ਦਾਸ ਦੀ ਵੀ ਸੇਵਾ ਲਈ ਜਾਵੇ। ਸੋ ਇਹ ਚਰਚਾ ਚੱਲਿਆ ਸੀਗਾ 2-4 ਦਿਨ ਪਹਿਲਾਂ। ਦੇਖੋ ਸ਼ਾਇਦ ਇਸ ਤਰ੍ਹਾਂ ਦੀ ਉਹ ਕੋਈ ਗੱਲ ਕਰ ਲੈਣ। ਜੀ ਤੇ ਪੁਰਵਾਲ ਜੀ ਅਸੀਂ ਆਪ ਤੁਹਾਨੂੰ ਦੱਸਣਾ ਚਾਹੁੰਦੇ ਨਾਲੇ ਪੁੱਛਣਾ ਚਾਹੁੰਦੇ ਜਿਸ ਤਰ੍ਹਾਂ ਬੇਸ਼ੱਕ ਅਸੀਂ ਤੁਹਾਨੂੰ ਵਾਰ-ਵਾਰ ਬਾਦਰ ਕਰਦੇ ਹਾਂ, ਬਾਰ-ਬਾਰ ਸੇਮ ਕੁਐਸਚਨਸ ਪੁੱਛਦੇ, ਪਰ ਕਿਉਂਕਿ ਇਸ ਪ੍ਰੋਗਰਾਮ ਦੇ ਨਾਲ ਬਹੁਤ ਸਾਰੇ ਸਾਡੇ ਨਵੇਂ ਦਰਸ਼ਕ ਵੀ ਜੁੜੇ ਹਨ ਟਾਈਮ ਟੂ ਟਾਈਮ, ਖਾਸ ਕਰਕੇ ਕੈਨੇਡਾ ਦੇ ਬੈਲ ਨੈਟਵਰਕ ਤੇ ਵੀ TV 84 ਆ ਗਿਆ ਹੈ। ਸੋ ਇਹਨਾਂ ਨਵੇਂ ਦਰਸ਼ਕਾਂ ਨੂੰ ਦੱਸੋ ਕਿ ਨਾਨਕਸ਼ਾਹੀ ਕੈਲੰਡਰ ਦੀ ਕਿਉਂ ਜ਼ਰੂਰਤ ਹੈ ਅਤੇ ਇਹ ਕਿਵੇਂ ਹਿੰਦੂ ਕੈਲੰਡਰ ਤੋਂ ਵੱਖਰਾ ਹੈ। ਇਸ ਬਾਰੇ ਪੂਰੀ ਡਿਟੇਲ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਇਹ ਬਹੁਤ ਜ਼ਰੂਰੀ ਗੱਲ ਹੈ ਕਿ ਦਾਸ ਨੇ ਕੈਲੰਡਰਾਂ ਦੀ ਬਹੁਤ ਸਟੱਡੀ ਕੀਤੀ ਸੀ ਬਹੁਤ ਸਾਲ, ਤੇ ਜਦੋਂ ਮੈਂ ਆਪਣੀ 500 ਸਾਲ ਦੀ ਜੰਤਰੀ ਤਿਆਰ ਕਰ ਰਿਹਾ ਸੀਗਾ ਜਿਹੜੀ 1469 ਤੋਂ ਲੈ ਕੇ 2000 ਸਾਲ ਤਾਈਂ ਕੱਲੇ ਦਿਨ ਦੀਆਂ ਉਸ ਦੇ ਵਿੱਚ ਤਰੀਕਾਂ ਭਈ ਹਫ਼ਤੇ ਦਾ ਦਿਨ ਕੀ ਆ ਤੇ ਸੁਦੀਵਦੀ ਕੀ ਆ, ਸੰਗਰਾਂਦ ਕਿੱਦਣ ਆ, ਮੱਸਿਆ ਪੂਰਨਮਾਸ਼ੀ ਕਿੱਦਣ ਆ, ਬਿਕਰਮੀ ਕੈਲੰਡਰ ਦੀਆਂ ਤਰੀਕਾਂ ਤੇ ਨਾਲ ਹਿਜਰੀ ਕੈਲੰਡਰ ਦੀਆਂ ਤਰੀਕਾਂ, ਕਿਉਂਕਿ ਸਾਡੀਆਂ ਇਤਿਹਾਸ ਦੀਆਂ ਤਰੀਕਾਂ ਜਿਹੜੀਆਂ ਆ ਉਹ ਇਹਨਾਂ ਕੈਲੰਡਰਾਂ ਵਿੱਚ ਸਨ, ਜਾਂ ਚੰਦਰਮਾ ਦੀਆਂ ਬਿਕਰਮੀ ਕੈਲੰਡਰ ਦੀਆਂ ਸੁਦੀਆਂ ਵਧੀਆਂ ਵਾਲੀਆਂ ਤਰੀਕਾਂ ਸਨ ਤੇ ਜਾਂ ਤਰੀਕਾਂ ਸੂਰਜੀ ਕੈਲੰਡਰ ਦੀਆਂ ਤੇ ਜਾਂ ਚੰਦਰਮਾ ਦੇ ਕੈਲੰਡਰ ਦੀਆਂ ਤੇ ਜਾਂ ਮੁਸਲਮਾਨਾਂ ਦੇ ਹਿਜਰੀ ਕੈਲੰਡਰ ਦੀਆਂ। ਉਹ ਕਿਤਾਬ ਜਿਸ ਵੇਲੇ ਮੈਂ ਤਿਆਰ ਕਰ ਰਿਹਾ ਸੀ ਉਹ ਸਾਰੇ ਇਹਨਾਂ ਦੇ ਗ੍ਰੰਥ ਸਟੱਡੀ ਕਰਨੇ ਪਏ, ਫਿਰ ਮੈਨੂੰ ਬਿਕਰਮੀ ਕੈਲੰਡਰ ਦੀਆਂ ਜਿਹੜੀਆਂ ਕਮਜ਼ੋਰੀਆਂ ਸੀ ਉਹ ਸਾਹਮਣੇ ਆਈਆਂ ਤੇ ਮੇਰੇ ਮਨ ਦੇ ਵਿੱਚ ਇਹ ਇੱਛਾ ਪੈਦਾ ਹੋਈ ਕਿ ਇੱਕ ਤਾਂ ਆਪਣੀ ਕੌਮ ਕੋਲ ਆਪਣਾ ਕੈਲੰਡਰ ਹੈ ਨਹੀਂ, ਸਿਰਫ ਬਿਕਰਮੀ ਕੈਲੰਡਰ ਨੂੰ ਅਸੀਂ ਵਰਤੇ ਆ ਰਹੇ ਹਾਂ ਤੇ ਸਾਨੂੰ ਆਪਣਾ ਕੈਲੰਡਰ ਚਾਹੀਦਾ ਆ। ਦੂਜੀ ਗੱਲ ਇਹ ਆ ਵੀ ਜਿਹੜੀਆਂ ਬਿਕਰਮੀ ਕੈਲੰਡਰ ਵਿੱਚ ਤਰੁੱਟੀਆਂ ਆ ਉਹਨਾਂ ਨੂੰ ਅਸੀਂ ਦੂਰ ਕਰਕੇ ਆਪਣੇ ਕੈਲੰਡਰ ਨੂੰ ਬਿਲਕੁਲ ਸਾਇੰਟੀਫਿਕ ਤੌਰ ਤੇ ਸਿੰਪਲ ਤੇ ਸਾਇੰਟੀਫਿਕ ਤੇ ਐਕੂਰੇਟ ਤੇ ਰੁੱਤਾਂ ਦੇ ਮੁਤਾਬਕ। ਸੋ ਇਹ ਇੱਕ ਸੀ ਮਨ ਵਿੱਚ ਇੱਛਾ ਪੈਦਾ ਹੋਈ ਤੇ ਇਸ ਵਾਸਤੇ ਫਿਰ ਅਸੀਂ ਪਹਿਲਾਂ ਤਾਂ ਨਾਲ ਇਹ ਵੀ ਹੈ ਕਿ ਮੈਨੂੰ ਕਿਉਂਕਿ ਗੁਰੂ ਦੀ ਕਿਰਪਾ ਨਾਲ ਗੁਰਬਾਣੀ ਸਟੱਡੀ ਕਰਨ ਦਾ ਵੀ ਬਹੁਤ ਮੈਂ ਕਰਦਾ ਰਿਹਾ ਆ, ਟਾਈਮ ਲਾਇਆ, ਬਹੁਤ ਆਨੰਦ ਲਿਆ ਉਸ ਪਾਸਿਓਂ ਵੀ ਤੇ ਇਸ ਵਾਸਤੇ ਮੈਨੂੰ ਪਤਾ ਸੀ ਕਿ ਗੁਰਬਾਣੀ ਦੇ ਵਿੱਚ ਜਿਹੜੇ 12 ਮਹਾ ਹੈਗੇ ਦੋ, ਗੁਰੂ ਨਾਨਕ ਪਾਤਸ਼ਾਹ ਦਾ ਤੁਖਾਰੀ ਰਾਗ ਵਿੱਚ, ਪੰਚਮ ਪਾਤਸ਼ਾਹ ਦਾ ਮਾਝ ਰਾਗ ਵਿੱਚ ਤੇ ਪੰਚਮ ਪਾਤਸ਼ਾਹ ਦੀ ਬਾਣੀ ਰੁੱਤੀ ਸਲੋਕ, ਉਹਨਾਂ ਦੇ ਵਿੱਚ ਰੁੱਤਾਂ ਦਾ ਮਹੀਨਿਆਂ ਦਾ ਤੇ ਰੁੱਤਾਂ ਦਾ ਜ਼ਿਕਰ ਆ ਨਾਲ ਉਹਨਾਂ ਮਹੀਨਿਆਂ ਵਿੱਚ ਕਿਹੜੀ ਰੁੱਤ ਆ, ਗਰਮੀ ਦੀ ਰੁੱਤ ਹਾੜ ਦੇ ਮਹੀਨੇ ਦੇ ਵਿੱਚ ਆ, ਜੇਠ ਦੇ ਮਹੀਨੇ ਵਿੱਚ ਆ, ਦੋਨੋਂ ਮਹੀਨਿਆਂ ਦੀਆਂ ਰੁੱਤਾਂ ਦਾ ਜ਼ਿਕਰ ਆ। ਸੋ ਉਹ ਜਿਹੜਾ ਆ ਬਿਕਰਮੀ ਕੈਲੰਡਰ ਵਿੱਚ ਖਿਸਕਦਾ ਜਾ ਰਿਹਾ ਆ ਔਰ ਖਿਸਕਦਾ ਜਾਵੇਗਾ ਸਦਾ ਵਾਸਤੇ। ਉਸ ਦੀ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਆ। ਸਨ ਇੱਕ ਵਿੱਚ ਅੱਜ ਤੋਂ 2000 ਸਾਲ ਪਹਿਲਾਂ ਬਿਕਰਮੀ ਕੈਲੰਡਰ ਦੀ ਜਿਹੜੀ ਵਿਸਾਖੀ ਆ ਉਹ 13 ਮਾਰਚ ਦੇ ਨੇੜੇ ਸੀ, 13 ਜਾਂ 14 ਮਾਰਚ ਨੂੰ। ਉਹ ਖਿਸਕਦੀ 2000 ਸਾਲ ਦੇ ਵਿੱਚ ਮਹੀਨੇ ਦਾ ਫਰਕ ਪੈ ਗਿਆ ਤੇ ਹੁਣ 13-14 ਅਪ੍ਰੈਲ ਨੂੰ ਹੋ ਗਈ ਆ। ਇਹ ਜਾਣੀ ਮੰਨਿਆ ਹੋਇਆ ਫੈਕਟ ਹੈ ਐਸਟਰੋਨੋਮੀ ਦੇ ਵਿੱਚ
ਤੇ ਉਹ ਹੋਰ 1000 ਸਾਲ ਨੂੰ 27 ਅਪ੍ਰੈਲ ਨੂੰ ਹੋ ਜਾਣੀ ਆ ਬਿਕਰਮੀ ਕੈਲੰਡਰ ਦੀ ਵਿਸਾਖੀ ਜੀ। ਤੇ ਉਹ ਤੋਂ 1000 ਸਾਲ ਨੂੰ ਮਈ ਦੀ 11-12 ਮਈ ਦੇ ਅੱਧ ਦੇ ਵਿੱਚ ਚੱਲ ਜਾਣੀ ਆ। ਹਾਂਜੀ। ਤਾਂ ਫਿਰ ਵਿਸਾਖ ਦੇ ਵਿੱਚ ਉਹ ਰੁੱਤਾਂ ਤਾਂ ਨਹੀਂ ਰਹਿਣਗੀਆਂ ਜਿਹੜੀ ਗੁਰਬਾਣੀ ਦੇ ਜ਼ਿਕਰ ਆ, ਨਾ ਬਾਕੀ ਦੇ ਮਹੀਨਿਆਂ ਦੇ ਵਿੱਚ। ਜੀ। ਸੋ ਇਹ ਸੀ ਪਹਿਲੀ ਗੱਲ ਕਿ ਅਸੀਂ ਆਪਣਾ ਸਾਲ ਏਦਾਂ ਫਿਕਸ ਕਰੀਏ ਜਿਹੜਾ ਰੁੱਤੀ ਸਾਲ ਹੋਵੇ, ਜਿਵੇਂ ਅੰਗਰੇਜ਼ੀ ਸਾਲ ਰੁੱਤੀ ਸਾਲ ਆ, ਜਿਵੇਂ ਬਹਾਈ ਵਾਲਿਆਂ ਦਾ ਰੁੱਤੀ ਸਾਲ ਆ, ਜਿਵੇਂ ਇਰਾਨੀਅਨ ਦਾ ਸੂਰਜ ਕੈਲੰਡਰ ਦਾ ਰੁੱਤੀ ਸਾਲ ਆ। ਤੇ ਜਿਸ ਤਰ੍ਹਾਂ ਜਿਹਨਾਂ ਦੇ ਸੋਲਰ ਕੈਲੰਡਰ ਆ ਉਹਨਾਂ ਨੇ ਆਪਣੇ ਆਪ ਨੂੰ ਰੁੱਤਾਂ ਦੇ ਸਾਲ ਨਾਲ ਤਕਰੀਬਨ ਸਾਰਿਆਂ ਨੇ ਐਡਜਸਟ ਕੀਤਾ ਆ। ਸੋ ਅਸੀਂ ਇਹ ਕੰਮ ਕੀਤਾ। ਦੂਜਾ ਕੀਤਾ ਅਸੀਂ ਕਿ ਸੰਗਰਾਂਦਾਂ ਨੂੰ ਜੇ ਸਾਡਾ ਸਾਲ ਹੋਣਾ ਆ, ਉਸ ਸਾਲ ਦੀ ਆਰੰਭਤਾ ਦਿਨ ਵੀ ਹੋਣਾ ਆ, ਉਸ ਵਿੱਚ 12 ਮਹੀਨੇ ਵੀ ਹੋਣੇ ਆ। ਉਹਨਾਂ 12 ਮਹੀਨਿਆਂ ਦੀ ਪਹਿਲੀ ਤਰੀਕ ਵੀ ਹੋਣੀ ਆ। ਉਸ ਨੂੰ ਤੁਸੀਂ ਸੰਗਰਾਂਦ ਕਹਿ ਲਓ ਜਾਂ ਮਾਹ ਆਰੰਭਤਾ ਕਹਿ ਲਓ ਜਾਂ ਮਹੀਨੇ ਦਾ ਪਹਿਲਾ ਦਿਨ ਕਹਿ ਲਓ, ਜੋ ਕੁਛ ਮਰਜ਼ੀ ਕਹਿ ਲਓ। ਸੋ ਅਸੀਂ ਉਹ ਮਹੀਨਿਆਂ ਦੀ ਲੰਬਾਈ ਬੜੀ ਸਰਲ ਰੱਖੀ ਆ ਵੀ ਪਹਿਲੇ 5 ਮਹੀਨੇ 31 ਦਿਨ ਦੇ, ਮਗਰਲੇ 7 ਮਹੀਨੇ ਜਿਹੜੇ ਆ ਉਹ 30 ਦਿਨ ਦੇ, ਤੇ ਜਿਹੜਾ 12ਵਾਂ ਮਹੀਨਾ ਆ ਉਹ ਲੀਪ ਦੇ ਸਾਲ ਵਿੱਚ 31 ਦਾ ਹੋਊਗਾ, ਨਹੀਂ ਓਦਾਂ 30 ਦਾ। ਤੇ ਬੜੀ ਸਰਲ ਸਕੀਮ ਆ, ਬੱਚਿਆਂ ਨੂੰ ਚੇਤੇ ਕਰਨਾ ਬੜਾ ਈਜ਼ੀ ਹੈਗਾ ਆ। ਤੇ ਇਹਦੇ ਪਿੱਛੇ ਸਾਇੰਟਿਫਿਕ ਦਲੀਲਾਂ ਵੀ ਹੈਗੀਆਂ ਆ। ਤੇ ਤੀਜੀ ਗੱਲ ਇਹ ਆ ਕਿ ਜਿਹੜਾ ਚੰਦਰਮਾ ਦੇ ਕੈਲੰਡਰ ਨਾਲ ਸਾਡੇ ਗੁਰਪੁਰਬ ਸਾਰੇ ਮਨਾਏ ਜਾਂਦੇ ਸਨ, ਸਾਰੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜਾ, ਗੁਰਗੱਦੀ ਦਿਵਸ, ਜੋਤੀ ਜੋਤ ਸਮਾਉਣ ਦਾ ਦਿਵਸ, ਉਹਨਾਂ ਸਾਰਿਆਂ ਦੀਆਂ ਤਰੀਕਾਂ ਚੰਦਰਮਾ ਦੀਆਂ ਤਰੀਕਾਂ ਹੁੰਦੀਆਂ ਸਨ। ਇਸ ਤੋਂ ਪਹਿਲਾਂ ਕਿ ਮੈਂ ਹੋਰ ਜ਼ਿਆਦਾ ਇਹਨਾਂ ਤਰੀਕਾਂ ਬਾਰੇ ਗੱਲ ਕਰਾਂ, ਮੈਂ ਕੁਛ ਜ਼ਿਕਰ ਇਹ ਕਰਨਾ ਚਾਹੁੰਦਾ ਹੈ ਕਿ ਜਿਹੜਾ ਚੰਦਰਮਾ ਦਾ ਕੈਲੰਡਰ ਆ, ਉਸ ਦੀਆਂ ਸੁਦੀਆਂ ਵਧੀਆਂ ਦੀਆਂ ਤਰੀਕਾਂ, ਸੁਦੀ ਦਾ ਪਕਸ਼ ਜਿਹੜਾ ਹੁੰਦਾ ਉਹ ਚਾਨਣਾ ਪਕਸ਼ ਹੁੰਦਾ ਆ, ਵਰੀ ਦਾ ਪਕਸ਼ ਜਿਹੜਾ ਉਹ ਹਨੇਰ ਪਕਸ਼ ਹੁੰਦਾ ਆ। ਤੇ ਸਾਡੇ ਵੱਡੇ ਵੱਡੇ ਵਿਦਵਾਨ ਸੁਦੀਆਂ ਵਰੀਆਂ ਦੇ ਚੱਕਰ 'ਚ ਏਦਾਂ ਫਸੇ ਵੀ ਕਿਤੇ ਸੁਦੀ ਦੇ ਥਾਂ ਵਰੀ ਲਿਖ ਦਿੰਦੇ ਤੇ ਕਿਸੇ ਵਰੀ ਦੇ ਥਾਂ ਸੁਦੀ ਲਿਖ ਦਿੰਦੇ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ। ਡਾਕਟਰ ਤਰਲੋਚਨ ਸਿੰਘ ਉਹਨਾਂ ਦੀ ਪੁਸਤਕ ਆ, ਡਾਕਟਰ ਮੇਰਾ ਖਿਆਲ ਅਨੁਰਾਗ ਸਿੰਘ ਉਹਨਾਂ ਦੇ ਪਿਤਾ ਜੀ, ਉਹਨਾਂ ਦੀ ਪੁਸਤਕ, ਉਹਨਾਂ ਨੇ ਕਈ ਪੁਸਤਕਾਂ ਲਿਖੀਆਂ। ਇੱਕ 8ਵੇਂ ਪਾਤਸ਼ਾਹ ਦੀ ਜੀਵਨੀ ਤੇ ਆ, ਉਸ ਦੇ ਵਿੱਚ ਇੱਕ ਬੰਨੇ ਤੇ ਉਹ ਲਿਖ ਰਹੇ ਨੇ ਕਿ ਕੱਲ ਨੂੰ ਦੁਸਹਿਰਾ ਆ ਕਿਸੇ ਈਵੈਂਟ ਦੇ ਸੰਬੰਧ ਦੇ ਵਿੱਚ, ਤੇ ਦੁਸਹਿਰਾ ਫੇਰ ਗਾਂ ਲਿਖਿਆ ਸੂਵਦੀ 10ਵੀਂ ਨੂੰ ਦੁਸਹਿਰੇ ਵਾਲੇ ਦਿਨ ਆ ਗੱਲ ਹੋਈ। ਤੇ ਮੈਨੂੰ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਦੁਸਹਿਰਾ ਸੂਵਦੀ ਨੂੰ ਨਹੀਂ ਹੁੰਦਾ, ਹੱਸੂ ਸੁਦੀ ਨੂੰ ਹੁੰਦਾ ਆ। ਉਹਨਾਂ ਨੇ ਹਨੇਰੇ ਪੱਖ ਦਾ ਲਿਖ ਦਿੱਤਾ, ਉਹ ਚਾਨਣੇ ਪੱਖ ਵਿੱਚ ਹੁੰਦਾ ਆ। ਏਡੇ ਵੱਡਾ ਵਿਦਵਾਨ ਦੀ ਏਡੀ ਵੱਡੀ ਗਲਤੀ ਇਹ ਇੱਕ ਨਹੀਂ। ਮੈਂ ਡਾਕਟਰ ਦਲਗੀਰ ਹੋਣੀ, ਉਹਨਾਂ ਨੇ ਆਪਣੀ ਅਕਾਲ ਤਖ਼ਤ ਸਾਹਿਬ ਤੇ ਪੁਸਤਕ ਲਿਖੀ ਆ, ਉਸ ਦੇ ਵਿੱਚ ਲਿਖ ਦਿੱਤਾ ਕਿ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਨੇ ਹੁਕਮਨਾਮੇ ਜਾਰੀ ਕੀਤੇ 20 ਸੁਦੀ ਹਾੜ ਦੀ 20 ਸੁਦੀ ਨੂੰ। ਡਾਕਟਰ ਸਾਹਿਬ ਨੂੰ ਇਹ ਹੀ ਨਹੀਂ ਪਤਾ ਕਿ 15 ਤੋਂ ਬਾਅਦ 16ਵੀਂ ਸੁਦੀ ਨਹੀਂ ਹੁੰਦੀ, ਨਾ 17ਵੀਂ ਸੁਦੀ ਹੁੰਦੀ ਹੈ, ਨਾ 18ਵੀਂ। ਮੈਂ ਉਹਨਾਂ ਦੀ ਗੱਲ ਨਹੀਂ ਕੱਲਿਆਂ ਦੀ ਕਰਦਾ, ਇਹ ਮੈਂ ਸਿਰਫ ਐਗਜ਼ਾਮਪਲਾਂ ਦਿੰਦੀ ਆ ਕਿ ਸਾਡੇ ਜਿਹੜੇ ਹਿਸਟੋਰੀਅਨ ਆ, ਸਾਡੇ ਜਿਹੜੇ ਖੋਜੀ ਆ, ਉਹਨਾਂ ਨੂੰ ਕੈਲੰਡਰਾਂ ਬਾਰੇ ਬਹੁਤ ਘੱਟ ਗਿਆਨ ਸੀ। ਬਹੁਤ ਇਸ ਵਾਸਤੇ ਤਰੀਕਾਂ ਬਹੁਤ ਜਿਹੜੀਆਂ ਉਹਨਾਂ ਵਿੱਚ ਭੰਬਲ ਭੂਸੇ ਪਏ ਸਨ। ਉਹਨਾਂ ਨੂੰ ਦੂਰ ਕਰਨ ਦਾ ਦਾਸ ਨੇ ਯਤਨ ਕੀਤਾ ਬਹੁਤ। ਤੇ ਇਸ ਤਰ੍ਹਾਂ ਚੰਦਰਮਾ ਦਾ ਜਿਹੜਾ ਕੈਲੰਡਰ ਆ, ਹੁਣ ਆਪਾਂ ਗੁਰੂ ਸਾਹਿਬਾਂ ਦੀਆਂ ਤਰੀਕਾਂ ਵੱਲ ਆ ਜਾਈਏ। 10ਵੇਂ ਪਾਤਸ਼ਾਹ ਦਾ ਆਪਾਂ ਪ੍ਰਕਾਸ਼ ਦਿਹਾੜਾ ਮਿਸਾਲ ਦੇ ਤੌਰ ਤੇ ਲੈ ਲੈਂਦੇ ਆ। ਉਹਨਾਂ ਦਾ ਪ੍ਰਕਾਸ਼ ਦਾ ਦਿਵਸ ਜਿਹੜਾ 1666 22 ਦਸੰਬਰ ਜੂਲੀਅਨ ਕੈਲੰਡਰ। ਜੂਲੀਅਨ ਕੈਲੰਡਰ ਜਿਹੜਾ ਉਹ ਕੈਲੰਡਰ ਅੰਗਰੇਜ਼ੀ ਨਹੀਂ ਜਿਹੜਾ ਹੁਣ ਚੱਲਦਾ ਆ, ਉਹਦੇ ਵਿੱਚ ਤਬਦੀਲੀ ਕਰਕੇ ਗ੍ਰਿਗੋਰੀਅਨ ਬਣ ਗਿਆ ਸੀ ਜਿਹੜਾ ਹੁਣ ਚੱਲਦਾ ਆ। ਤੇ ਉਹ ਜੂਲੀਅਨ ਕੈਲੰਡਰ ਦੀ 22 ਦਸੰਬਰ ਨੂੰ ਗੁਰੂ ਮਹਾਰਾਜ ਦਾ 1666 ਸਨ ਵਿੱਚ ਪ੍ਰਕਾਸ਼ ਹੋਇਆ। ਤੇ ਉਸ ਦਿਨ ਪੋਹ ਸੁਦੀ 7ਵੀਂ ਸੀ, ਉਸ ਦਿਨ 23 ਪੋਹ ਸੀ। ਤੇ ਇਹ ਤਰੀਕਾਂ ਇੱਕੋ ਦਿਨ ਦੀਆਂ ਜਿੱਦਣ ਉਹਨਾਂ ਦਾ ਪ੍ਰਕਾਸ਼ ਹੋਇਆ।
ਹਾਂਜੀ ਹੁਣ ਸਾਡੀ ਆਪਣੀ ਕੌਮ ਦੀ ਮਰਜ਼ੀ ਆ, ਪੰਥ ਦੀ ਮਰਜ਼ੀ ਆ ਵੀ ਭਾਈ ਅੰਗਰੇਜ਼ੀ ਤਰੀਕ ਦੇ ਮੁਤਾਬਕ ਮਨਾਉਣੀ ਆ ਕਿ 22 ਦਸੰਬਰ ਤੇ ਉਹਨਾਂ ਦਾ ਪ੍ਰਕਾਸ਼ ਦਿਹਾੜਾ, ਜੀ ਕਿ ਪੋਹ ਦੀ 7ਵੀਂ ਤੇ ਮਨਾਉਣਾ ਆ ਕਿ 23 ਪੋਹ ਤੇ ਮਨਾਉਣਾ ਆ। ਹਾਂਜੀ ਤੇ ਅਸੀਂ ਸਾਰੀ ਕਮੇਟੀ ਨੇ ਰਲ ਮਿਲ ਕੇ ਸਾਰਾ ਫੈਸਲਾ ਕੀਤਾ ਕਿ ਗੁਰੂ ਸਾਹਿਬਾਨ ਦੇ ਦਿਹਾੜੇ ਜਿਹੜੇ ਆ ਉਹ ਸੂਰਜੀ ਕੈਲੰਡਰ ਮੁਤਾਬਕ ਕਰ ਦਿੱਤੇ ਜਾਣ। ਜੀ 23 ਪੋਹ ਨੂੰ ਅਸੀਂ ਗੁਰਪੁਰਬ ਨਿਸ਼ਚਿਤ ਕੀਤਾ ਜੀ ਤੇ 23 ਪੋਹ ਨਾਨਕਸ਼ਾਹੀ ਕੈਲੰਡਰ ਵਿੱਚ ਸਦਾ ਹੀ 5 ਜਨਵਰੀ ਨੂੰ ਆਵੇਗਾ। ਹਾਂਜੀ ਤੇ ਜਿਹੜੀ ਇਸ ਵੇਲੇ ਸਮੱਸਿਆ ਬਿਕਰਮੀ ਕੈਲੰਡਰ ਦੀ ਹੈ, ਇਹ ਨਾਨਕਸ਼ਾਹੀ ਕੈਲੰਡਰ ਦੀ ਸਮੱਸਿਆ ਨਹੀਂ ਹੈ। ਜਿਹੜਾ ਇਹ ਦਿਹਾੜੇ ਇਕੱਠੇ ਹੋ ਜਾਂਦੇ ਹੋ ਗਏ ਆ, ਜਾਂ ਜਿਹੜਾ ਗੁਰਪੁਰਬ ਇੱਕ ਸਾਲ 2 ਵਾਰ ਆ ਜਾਂਦਾ, 10ਵੇਂ ਪਾਤਸ਼ਾਹ ਦਾ ਅੰਗਰੇਜ਼ੀ ਕੈਲੰਡਰ ਵਿੱਚ ਇੱਕ ਸਾਲ ਆਉਂਦਾ ਹੀ ਨਹੀਂ। ਹਾਂਜੀ ਇਹ ਬਿਕਰਮੀ ਕੈਲੰਡਰ ਦੀ ਸਮੱਸਿਆ ਹੈ। ਸਮੱਸਿਆ ਕਿਉਂ ਆ? ਕਿਉਂਕਿ ਚੰਦਰਮਾ ਦਾ ਸਾਲ ਜਿਹੜਾ ਆ ਉਹ 11 ਦਿਨ ਛੋਟਾ ਆ ਸੂਰਜੀ ਸਾਲ ਨਾਲੋਂ। ਜੀ ਤੇ ਉਹੀ ਤਰੀਕ ਜਿਹੜੀ ਜਨਵਰੀ ਦੇ ਵਿੱਚ ਆ, ਜੇ ਸਾਲ ਛੋਟਾ ਹੋਣ ਕਰਕੇ ਚੰਦਰਮਾ ਦੀ, ਉਹ ਦਸੰਬਰ 'ਚ ਮੁੜ ਕੇ ਆ ਜਾਂਦੀ ਆ। ਹਾਂਜੀ ਜੇ ਪੋਹ ਦੀ 7ਵੀਂ ਜਨਵਰੀ ਦੇ ਪਹਿਲੇ ਹਫ਼ਤੇ ਆ ਗਈ ਆ ਤੇ ਫਿਰ ਪੋਹ ਦੀ 7ਵੀਂ ਮੁੜ ਕੇ ਦਸੰਬਰ 'ਚ ਆ ਜਾਣੀ ਆ। ਤੇ ਅਗਲੇ ਸਾਲ ਪੰਡਤਾਂ ਨੇ ਇੱਕ ਹੋਰ ਮਹੀਨਾ ਵਾਧੂ ਪਾ ਦੇਣਾ ਆ ਚੰਦਰਮਾ ਦੇ ਕੈਲੰਡਰ ਦੇ ਵਿੱਚ, ਉਹ 'ਚ ਫਿਰ ਗੁਰਪੁਰਬ ਆਉਣਾ ਹੀ ਨਹੀਂ। ਸੋ ਇਹ ਸਮੱਸਿਆ ਜੇ ਬਿਕਰਮੀ ਕੈਲੰਡਰ 'ਚ ਮੁੜ ਕੇ ਜਾਣ ਦੀ, ਜਿਵੇਂ ਕਿ ਚਰਚਾ ਚੱਲਦਾ ਆ, ਉਮੀਦ ਨਹੀਂ ਜਾਣਗੇ, ਪਰ ਉਹ ਇਹ ਸਮੱਸਿਆ ਮੁੜ ਕੇ ਫੇਰ ਕਾਇਮ ਹੋ ਗਈ ਬਿਕਰਮੀ ਕੈਲੰਡਰ ਦੀ। ਸਮੱਸਿਆ ਕਿਉਂ ਨਹੀਂ ਸੀ? ਦੂਜੀ ਸਮੱਸਿਆ ਇਹ ਆ ਕਿ ਵਿਸਾਖੀ ਜਿਹੜੀ ਆ ਗਾਂਹ ਚੱਲ ਜਾਣੀ ਆ, 1000 ਸਾਲ ਦੇ ਵਿੱਚ 2 ਹਫ਼ਤੇ ਗਾਂਹ ਹੋ ਜਾਂਦੀ ਹੈ। ਬਾਕੀ ਦੀਆਂ ਸੰਗਰਾਂਦਾਂ ਵੀ 2-2 ਹਫ਼ਤੇ ਹੋ ਜਾਣਗੀਆਂ ਗਾਂਹ। ਕਈ ਸੱਜਣ ਇਹ ਵੀ ਕਹਿੰਦੇ ਚਲੋ ਜੀ ਫੇਰ ਕੀ ਹੋ ਗਿਆ ਜੇ ਹੋ ਜਾਣਗੀਆਂ ਗਾਂ। ਫੇਰ ਤਾਂ ਬਹੁਤ ਕੁਛ ਹੋ ਗਿਆ। ਇਹ ਹੋ ਗਿਆ ਕਿ ਜਿਹੜਾ ਅੰਗਰੇਜ਼ਾਂ ਨੇ ਜਦੋਂ ਪੋਪ ਨੇ 1582 ਵਿੱਚ ਜੂਲੀਅਨ ਕੈਲੰਡਰ ਛੱਡਿਆ ਤੇ ਗ੍ਰਿਗੋਰੀਅਨ ਉਹਦੇ ਨਾਂ ਤੇ ਹੋਇਆ ਤਿਆਰ ਤੇ ਤਬਦੀਲੀ ਕੀਤੀ, ਉਹਨਾਂ ਨੂੰ ਵੀ ਇਹੀ ਸਮੱਸਿਆ ਸੀ ਕਿ ਉਹਨਾਂ ਦੀ ਜਿਹੜੀ ਸੀ ਈਸਟਰ ਉਹ ਖਿਸਕਦੀ ਜਾ ਰਹੀ ਸੀ ਰੁੱਤਾਂ ਦੇ ਨਾਲੋਂ। ਉਹਨਾਂ ਨੇ ਫੇਰ ਫਾਰਮੂਲਾ ਜਿਹੜਾ ਬਣਾਇਆ, ਕੈਲੰਡਰ ਬਣਾਇਆ, ਹੁਣ ਈਸਟਰ ਸਦਾ ਹੀ ਇਸ ਰੁੱਤ ਵਿੱਚ ਰਹੇਗੀ। ਰਹਿੰਦੀ ਦੁਨੀਆ ਤੇ ਲੱਖਾਂ ਸਾਲ ਵਿੱਚ ਇਸ ਰੁੱਤ ਵਿੱਚ ਈਸਟਰ ਅੱਜ ਕੱਲ੍ਹ ਚੱਲ ਰਹੀ ਆ। ਪਰ ਇਹ ਚੰਦਰਮਾ ਦੀਆਂ ਜਿਹੜੀਆਂ ਤਰੀਕਾਂ ਬਿਕਰਮੀ ਕੈਲੰਡਰ ਦੀਆਂ, ਉਹਨਾਂ ਦੇ ਵਿੱਚ ਇਹ ਸੰਭਵ ਨਹੀਂ। ਤੇ ਜਿਵੇਂ ਜੇ ਆਪਾਂ ਕੋਈ ਗੁਰੂ ਨਾਨਕ ਪਾਤਸ਼ਾਹ ਦਾ ਹੀ ਪ੍ਰਕਾਸ਼ ਦਿਹਾੜਾ ਲੈ ਲਈਏ, 3000 ਸੰਨ ਦੇ ਵਿੱਚ ਉਹ ਦਸੰਬਰ ਦੇ ਵਿੱਚ ਚਲੇ ਜਾਵੇਗਾ ਤੇ 3000 ਸੰਨ ਦੇ ਵਿੱਚ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਪੋਹ ਦੀ 7ਵੀਂ ਦਾ ਫਰਵਰੀ ਵਿੱਚ ਚਲੇ ਜਾਵੇਗਾ। ਸੋ ਇਹ ਸਾਰੀਆਂ ਸਮੱਸਿਆਵਾਂ ਨੂੰ ਅਸੀਂ ਦੂਰ ਕੀਤਾ ਸੀ। ਨੰਬਰ 1, ਅਸੀਂ ਗੁਰਬਾਣੀ ਦੇ ਮੁਤਾਬਕ ਰੁੱਤਾਂ ਨੂੰ ਕੈਲੰਡਰ ਵਿੱਚ ਫਿਕਸ ਕੀਤਾ, ਸਾਲ ਐਵੇਂ ਫਿਕਸ ਕੀਤਾ। ਨੰਬਰ 2, ਗੁਰਪੁਰਬ ਜਿਹੜੇ ਸੂਰਜੀ ਕੈਲੰਡਰ ਮੁਤਾਬਕ ਫਿਕਸ ਕੀਤੇ ਤਾਂ ਕਿ 23 ਪੋਹ ਸਦਾ ਹੀ 5 ਜਨਵਰੀ ਨੂੰ ਆਵੇ। 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸਦਾ ਹੀ 24 ਨਵੰਬਰ ਨੂੰ 11 ਮੱਘਰ ਨੂੰ ਹੋਵੇ। 11 ਮੱਘਰ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਆ। ਤੇ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸਦਾ ਹੀ 2 ਹਾੜ ਨੂੰ ਹੋਵੇ, 16 ਜੂਨ ਨੂੰ। ਸੋ ਇਹ ਸੀ। ਤੇ ਦੂਜੀ ਸਿੰਪਲਿਸਿਟੀ ਸੀ। ਤੇ ਤੀਜਾ ਚੱਕਰ ਜਿਹੜਾ ਸੀਗਾ 2 ਵਾਰੀ 1 ਸਾਲ ਚ ਆ ਜਾਣਾ, ਨਾ ਆਉਣਾ, ਉਹ ਸਭ ਖਤਮ ਹੋ ਜਾਣੇ ਸੀ। ਸੋ ਇਹ ਸਾਡੇ ਲਈ ਨਾਨਕਸ਼ਾਹੀ ਕੈਲੰਡਰ ਦੀ ਵਿਸ਼ੇਸ਼ਤਾ ਸੀ ਤੇ ਇਹ ਸਮੱਸਿਆਵਾਂ ਬਿਕਰਮੀ ਕੈਲੰਡਰ ਦੀਆਂ ਸੀਗੀਆਂ ਤੇ ਰਹਿਣਗੀਆਂ। ਮੈਂ ਇੱਕ ਐਗਜ਼ਾਮਪਲ ਦਰਸ਼ਕਾਂ ਨਾਲ ਸਾਂਝੀ ਕਰ ਲਵਾਂ, ਉਹ ਇਹ ਹੈ ਕਿ 1982 ਦੇ ਵਿੱਚ, ਉਦੋਂ ਤਾਂ ਨਾਨਕਸ਼ਾਹੀ ਕੈਲੰਡਰ ਨਹੀਂ ਲੱਗਾ ਸੀ ਨਾ। 1982 ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ 10ਵੇਂ ਪਿਤਾ ਦਾ ਪ੍ਰਕਾਸ਼ ਦਿਹਾੜਾ ਦੋਵੇਂ 22 ਦਸੰਬਰ ਨੂੰ ਸੀ। ਦੋਨੋਂ ਹੀ ਇੱਕ। ਤੇ ਬਿਕਰਮੀ ਕੈਲੰਡਰ ਦੀ ਗੱਲ ਆ, ਉਹ ਨਾਨਕਸ਼ਾਹੀ ਦੀ ਨਹੀਂ। ਤੇ ਉਸ ਤੋਂ ਪਹਿਲਾਂ ਵੀ 2-3 ਵਾਰ ਏਦਾਂ ਆਏ ਸੀਗੇ। ਸੋ ਇਹ ਸਮੱਸਿਆ ਗਾਂ ਨੂੰ ਵੀ ਬਿਕਰਮੀ ਕੈਲੰਡਰ ਵਿੱਚ ਏਦਾਂ ਹੀ ਰਹਿਣੀ ਹੈ ਜੇ ਬਿਕਰਮੀ ਕੈਲੰਡਰ ਦੇ ਮੁਤਾਬਕ ਤਰੀਕਾਂ ਨੂੰ ਅਸੀਂ ਦੇਖੀਏ। ਜੀ ਬਿਲਕੁਲ।
तो परिवार ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਇਸ ਕੁਐਸਚਨ ਦੇ ਉੱਪਰ ਪੂਰੇ ਵੇਰਵੇ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਕਿਉਂਕਿ ਟਾਈਮ ਟੂ ਟਾਈਮ ਕਾਫੀ ਸਾਡੇ ਜਿਹੜੇ ਦਰਸ਼ਕ ਨੇ ਸਾਨੂੰ ਈਮੇਲਸ ਕਰਦੇ ਨੇ ਜਾਂ ਫੇਸਬੁੱਕ ਮੈਸੇजेस ਕਰਦੇ ਨੇ ਆਈ ਹੋਪ ਕਿ ਉਹਨਾਂ ਦੇ ਜਿਹੜੇ ਕੁਐਸਚਨਸ ਹੋਣਗੇ ਉਹ ਇਸ ਤੁਹਾਡੇ ਵੇਰਵੇ ਦੇ ਨਾਲ ਜੋ ਤੁਸੀਂ ਆਨਸਰ ਦਿੱਤਾ ਇਹਦੇ ਨਾਲ ਕਾਫੀ ਸੋਲਵ ਹੋ ਗਏ ਹੋਣਗੇ ਤੇ ਪਰਿਵਾਰ ਜੀ ਸਾਡੇ ਕੋਲ 1.5 ਮਿੰਟ ਰਹਿ ਗਿਆ ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ ਜਿਸ ਦਾ ਸਾਨੂੰ ਬਹੁਤ ਅਫਸੋਸ ਹੈ ਕਿ ਤੁਹਾਡੇ ਤੁਹਾਡੀ ਅੱਧੀ ਸਦੀ ਦੀ ਲਈ ਜਿਹੜੇ ਘਾਲਣਾ ਤੋਂ ਬਾਅਦ ਤੁਸੀਂ ਇਹ ਕੈਲੰਡਰ ਤਿਆਰ ਕੀਤਾ ਸੀਗਾ ਹਿੰਦੂਤਵੀ ਤਾਕਤਾਂ ਅਨਪੜ੍ਹ ਸਾਧੂਆਂ ਨੂੰ ਅੱਗੇ ਲਗਾ ਕੇ ਇਸਨੂੰ ਡਿਸਟਰੋਏ ਕਰਨਾ ਚਾਹੁੰਦੀਆਂ ਨੇ ਕੀ ਤੁਹਾਡੇ ਮਨ ਦੇ ਵਿੱਚ ਇਸ ਸੰਬੰਧੀ ਕਦੀ ਦਰਦ ਜਾਂ ਰੋਸ ਹੁੰਦਾ ਹੈ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨਾਲ ਜ਼ਰੂਰ 1-2 ਮਿੰਟ ਦੇ ਵਿੱਚ ਆਪਣੇ ਸ਼ੇਅਰ ਕਰੋ ਦੇਖੋ ਜੀ 2003 ਦੇ ਵਿੱਚ ਜਿਸ ਵੇਲੇ ਕੈਲੰਡਰ ਲਾਗੂ ਹੋਇਆ ਹਾਂਜੀ ਤੇ ਆਫ ਕੋਰਸ ਮੈਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਕਿ ਜੋ ਸਟਰਗਲ ਕੀਤੀ ਸੀ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਪੂਰਨਤਾ ਦੀ ਤਾਈਂ ਪਹੁੰਚ ਗਈ ਉਸ ਦਾ ਫਲ ਮਿਲ ਗਿਆ ਹਾਂਜੀ ਤੇ ਪਰ ਬਾਅਦ ਦੇ ਵਿੱਚ ਜਿਹੜੀ ਹੈ ਇਹ ਗੱਲ ਆਈ ਹੈ ਵੀ ਇਹ ਭਾਵੇਂ ਇਹ ਇੱਕ ਕਿਸਮ ਦੀ ਮੈਂ ਸਮਝਦਾ ਵੀ ਟੈਂਪਰੇਰੀ ਰੁਕਾਵਟ ਹੈਗੀ ਆ ਮੈਂ ਆਪਣੀ ਲਾਈਫ ਵਿੱਚ ਬਹੁਤ ਆਸ਼ਾਵਾਦੀ ਜਾਂ ਆਪਟੀਮਿਸਟਿਕ ਰਿਹਾ ਹਾਂ ਹਾਂਜੀ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇੱਕ ਮੀਟਿੰਗ ਵਿੱਚ ਇਹ ਗੱਲ ਕਹੀ ਸੀ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਹੋਣਾ ਹੀ ਹੋਣਾ ਹੈ ਹਾਂਜੀ ਅੱਜ ਹੋ ਜਾਵੇ 10 ਸਾਲਾਂ ਨੂੰ ਹੋ ਜਾਵੇ ਹੋਰ ਟਾਈਮ ਪਾ ਕੇ ਹੋ ਜਾਵੇ ਕਿਉਂ ਹੋਣਾ ਹੀ ਹੋਣਾ ਕਿਉਂਕਿ ਗੁਰਬਾਣੀ ਤੇ ਆਧਾਰਿਤ ਆ ਸੱਚਾਈ ਤੇ ਆਧਾਰਿਤ ਆ ਕਿਸੇ ਕਿਸਮ ਦੇ ਪੋਲੀਟੀਕਲ ਮੋਟਿਵ ਜਾਂ ਪਰਸਨਲ ਮੋਟਿਵ ਨਾਲ ਨਹੀਂ ਬਣਾਇਆ ਗਿਆ ਟੋਟਲੀ ਬੇਸਡ ਔਨ ਗੁਰਬਾਣੀ ਸੋ ਇਸ ਵਾਸਤੇ ਇਹ ਅਲਟੀਮੇਟਲੀ ਓੜਕ ਸੱਚ ਰਹੀ ਵਾਲੀ ਗੱਲ ਹੈਗੀ ਆ ਤੇ ਟਰੂਥ ਵਿਲ ਟ੍ਰਾਇੰਫ ਜਿੱਦਾਂ ਕਹਿੰਦੇ ਹਾਂਜੀ ਹਾਂਜੀ ਸੋ ਆਪਾਂ ਆਸ਼ਾਵਾਦੀ ਹੋਵਾਂਗੇ ਜੇ ਆਪਾਂ ਪਿਛਲੇ ਸਾਲਾਂ ਦੇ ਵਿੱਚ 2003 ਤੋਂ 2010 ਤੋਂ ਲੈ ਕੇ ਜਦੋਂ ਇਹਨਾਂ ਨੇ ਕੈਲੰਡਰ ਚੇਂਜ ਕੀਤਾ ਹੁਣ ਤਾਂ ਹੀ ਦੇਖੀਏ ਵੀ ਕਿੰਨੀ ਜਾਗਰਤਾ ਆਪਣੇ ਪੰਥ ਦੇ ਵਿੱਚ ਕੈਲੰਡਰ ਦੇ ਵਿਸ਼ੇ ਤੇ ਆਈ ਆ ਬਿਲਕੁਲ ਹਾਂਜੀ ਤੇ ਸਾਡੇ ਨਾਲ ਕਿੰਨੇ ਨਾਨਕਸ਼ਾਹੀ ਕੈਲੰਡਰ ਨਾਲ ਨਾਮਬੰਦ ਹੋਈਆਂ ਸੰਗਤਾਂ ਤੇ ਉਹ ਤਾਂ ਬੜਾ ਪੋਜ਼ਿਟਿਵ ਹੈਗਾ ਬਿਲਕੁਲ ਹਾਂਜੀ ਤੇ ਪਰਿਵਾਰ ਵੀਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇਸ ਕੈਲੰਡਰ ਦੇ ਉੱਪਰ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹੁਣ ਅਸੀਂ ਜਥੇਦਾਰਾਂ ਦੀ ਅਗਲੀ ਮੀਟਿੰਗ ਤੱਕ ਵੇਟ ਕਰਦੇ ਹਾਂ ਕਿ ਉਹ ਕੀ ਡਿਸੀਜਨ ਤੱਕ ਪਹੁੰਚਦੇ ਨੇ ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਕਿਉਂਕਿ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਸੈਕਿੰਡ ਪਹਿਲਾਂ ਮੈਂ ਜੀ ਫਤਿਹ ਬੁਲਾਉਣਾ ਹੈ ਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਮੇਰੀ ਸਾਈਟ www.purewal.org ਆ ਉੱਥੇ ਬਹੁਤ ਸਾਰੇ ਨਾਨਕਸ਼ਾਹੀ ਕੈਲੰਡਰ ਬਾਰੇ ਸਵਾਲ ਜਵਾਬ ਵੀ ਆ ਜਿਨ੍ਹਾਂ ਨੇ ਇਤਰਾਜ਼ ਕੀਤੇ ਉਹਨਾਂ ਦੇ ਜਵਾਬ ਵੀ ਆ ਉਹ ਦੇਖੇ ਜਾ ਸਕਦੇ ਨੇ ਤੇ ਜਿਨ੍ਹਾਂ ਕੋਲ ਐਂਡਰਾਇਡ ਫੋਨ ਆ ਉਹ ਨਾਨਕਸ਼ਾਹੀ ਕੈਲੰਡਰ ਨੂੰ ਡਾਊਨਲੋਡ ਵੀ ਕਰ ਸਕਦੇ ਨੇ ਉਹ 2020 ਸਾਲ ਤਾਈਂ ਨਾਨਕਸ਼ਾਹੀ ਕੈਲੰਡਰ ਦੀਆਂ ਉਹਦੇ ਵਿੱਚ ਤਰੀਕਾਂ ਆ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਦਰਸ਼ਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ